ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ ਸ਼ਬਦ ਹਰ ਹਰ ਜਪੈ ਨਾਮ ਨਵ ਨਿਧ ਅਪੈ ਰਸਨ ਅਹਨਿਸ ਰਸੈ ਸਤ ਕਾਰ ਜਾਨੀਓ ਫੁਨ ਪ੍ਰੇਮ ਰੰਗ ਪਾਈਐ ਗੁਰਮੁਖੈ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿਦ ਧਰੋ ਪੰਚ ਭੂ ਵਸ ਕਰੋ ਜਨਮ ਕੁਲ ਉਦਰੋ ਦੁਆਰ ਹਰ ਮਾਨੀਓ ਜੋਤਾ ਸਭ ਸੁਖ ਇਤ ਉਤ ਤੁਮ ਬੰਛਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਾਮਦੀ ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਵਿਤ ਨਵਿਤ ਭ੍ਰਮਿਓ ਬਹੁ ਭਾਂਤੀ ਅਨਕ ਜਤਨ ਕਰ ਧਾਏ ਜੋ ਜੋ ਕਰਮ ਕੀਏ ਹੋਮੈ ਤੇ ਤੇ ਭੇ ਅਜਾਏ ਵਿਤ ਨਵਿਤ ਭ੍ਰਮਿਓ ਬਹੁ ਭਾਂਤੀ ਅਨਕ ਜਤਨ ਕਰ ਧਾਏ ਜੋ ਜੋ ਕਰਮ ਕੀਏ ਹੋ ਮੈਂ
ते ते भय अजाए। अबर दिन काहू काज न लाए। सो दिन मोको दीजै प्रभ जीओ। जा दिन हर जस गाए। रहाउ पुत्र कलतर गृह देख पसारा। इस ही मह उरझाए। माया मद चाख भय उदमाते। हर हर कबू ना गाए। एह विद खोजी बहु परकारा। बिन संतन नहीं पाए। तुम दातार वड्डे प्रभ समरथ। मांगन को दान आए। त्याग्यो सगला मान महत्ता। दास रेण सरणाए। कहो नानक हर मिल भय एकै। महा आनंद सुख पाए। त्याग्यो सगला मान महता। दास रेण सरणाए। कहो नानक हर मिल भय एकै। महा आनंद सुख पाए। वाहिगुरु जी का खालसा वाहिगुरु जी की फतेह। परम सन्मानयोग जुगो जुग अटल चबर छतर तख दे मालक। बाणी के बोहित जाहरा जहूर हाजरा हजूर। सर्व कला समरथ धन धन साहिब श्री गुरु ग्रंथ साहिब। सच्चे सतगुरु जी दी पावन पवित्र निੱਘੀ गोद अंदर जुड़ बैठे गुरु रूप गुरु सवारे सत संगी जनो। आप जी ਵੱਡਿਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਹੱਕ ਹੱਕ ਅੰਦੇਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਚਰਨ ਛੋਹ ਧਰਤੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਜੋ ਆਪ ਜੀ ਨੇ ਹੁਣੇ ਹੀ ਪਾਵਨ ਸ਼ਬਦ ਸ਼ਰਵਣ ਕੀਤਾ ਹੈ, ਇਸ ਪਾਵਨ ਸ਼ਬਦ ਦੀ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ, ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪੰਜਵਾ। ਵਿਤ ਨਵਿਤ ਭ੍ਰਮਿਓ ਬਹੁ ਭਾਂਤੀ, ਅਨਕ ਜਤਨ ਕਰ ਧਾਏ। ਮਾਰੂ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਹ ਸਮਝਾਉਂਦੇ ਨੇ ਕਿ ਜੀਵ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਸ ਮਨੁੱਖਾ ਦੇਹੀ ਦਾ ਅਸਲੀ ਮਕਸਦ ਹੈ ਪਰਿਪੂਰਨ ਪਰਮਾਤਮਾ ਦਾ ਨਾਮ ਜਪਣਾ, ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਗੁਰੂ ਵਾਲੇ ਬਣ ਕੇ ਆਪਣੀ ਰਹਿਤ ਦੇ ਵਿੱਚ ਪਰਪੱਕ ਰਹਿਣਾ। ਪਰ ਜੀਵ ਸੰਸਾਰ ਵਿੱਚ ਆ ਕੇ ਮਾਇਆ ਨੂੰ ਕਤਰ ਕਰਨ ਦੇ ਲਈ ਦਿਨ ਰਾਤ ਨੱਠ ਭੱਜ ਕਰਦਾ ਹੈ। ਕਦੇ ਇੱਧਰ ਨੂੰ ਦੌੜਦਾ, ਕਦੇ ਉੱਧਰ ਨੂੰ ਦੌੜਦਾ। ਪਰ ਗੁਰੂ ਸਵਾਰਿਓ, ਇਹ ਜਿਹੜੀ ਮਾਇਆ ਹੈ ਇਹ ਵੀ ਕਰਮਾਂ ਦੇ ਅਨੁਸਾਰ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ। ਤੇ ਸਤਿਗੁਰੂ ਕਹਿੰਦੇ ਨੇ ਇਹ ਕਾਹਦੇ ਲਈ ਕਰਦਾ ਹੈ? ਆਪਣੇ ਬੱਚਿਆਂ ਲਈ, ਆਪਣੀ ਘਰਵਾਲੀ ਲਈ, ਆਪਣੇ ਪਰਿਵਾਰ ਦੇ ਲਈ, ਇਹਦੇ ਲਈ ਕਰਦਾ। ਇਹਦੇ ਵਿੱਚ ਹੀ ਸਾਰੀ ਉਮਰ ਇਸ ਤਰ੍ਹਾਂ ਬਤੀਤ ਕਰ ਦਿੰਦਾ ਹੈ ਤੇ ਆਪਣੀ ਰਸਨਾ ਤੋਂ ਕਦੇ ਵੀ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ। ਜਿਸ ਕਰਕੇ ਇਹ ਤੇਰੇ ਕੀਤੇ ਹੋਏ ਸਾਰੇ ਜਿਹੜੇ ਕੰਮ ਨੇ ਨਾ, ਮਾਲਕ ਦੇ ਨਾਮ ਤੋਂ ਬਿਨਾਂ ਇਹ ਸਾਰੇ ਵਿਅਰਥ ਹਨ। ਰਹਾਉ ਵਾਲੀ ਪੰਕਤੀ 'ਚ ਗੁਰੂ ਸਾਹਿਬਾਨ ਜੀ ਸਮਝਾਉਂਦੇ ਨੇ ਕਿ ਅਵਰ ਦਿਨ ਕਾਹੂ ਕਾਜ ਨਾ ਲਾਏ, ਸੋ ਦਿਨ ਮੋਕੋ ਦੀਜੈ ਪ੍ਰਭ ਜੀਓ, ਜਾ ਦਿਨ ਹਰ ਜਸ ਗਾਏ। ਅਵਰ ਦਿਨ, ਉਹ ਦਿਨ ਜਿਹੜੇ ਜ਼ਿੰਦਗੀ 'ਚ ਪਹਿਲਾਂ ਮੈਂ ਬਤੀਤ ਕਰ ਚੁੱਕਿਆ ਹਾਂ, ਜਾਂ ਹੈ ਪਰਮਾਤਮਾ ਤੇਰੇ ਨਾਮ ਤੋਂ ਬਿਨਾਂ ਜਿੰਨੇ ਵੀ ਮੈਂ ਕੰਮ ਧੰਦੇ ਕਰਦਾ, ਦਿਨ ਵਿੱਚ ਵਿਚਰਦਾ ਹਾਂ, ਉਹ ਮੇਰੇ ਕਿਸੇ ਵੀ ਕੰਮ ਵਿੱਚ ਆਉਣ ਵਾਲੇ ਨਹੀਂ ਹਨ। ਉਹ ਤੇਰੇ ਦਰ 'ਤੇ ਲੇਖੇ ਵਿੱਚ ਨਹੀਂ ਲੱਗਣੇ ਹਨ। ਮੈਨੂੰ ਤਾਂ ਉਹ ਦਿਨ ਮੈਨੂੰ ਮੁਬਾਰਕ ਹੈ ਜਿਸ ਦਿਨ, ਜਿਹੜੇ ਦਿਨਾਂ ਦੇ ਵਿੱਚ ਮੈਂ ਮਾਲਕ ਜੀ ਤੇਰਾ ਨਾਮ ਜਪ ਸਕਾਂ, ਤੇਰੀ ਬੰਦਗੀ ਕਰ ਸਕਾਂ। ਪ੍ਰਭੂ ਜੀ ਕਿਰਪਾ ਕਰੋ, ਮੈਨੂੰ ਉਹ ਦਿਨ ਦੇਣਾ ਕਰੋ ਜਾ ਦਿਨ ਹਰ ਜਸ ਗਾਏ, ਜਿਹੜੇ ਦਿਨਾਂ ਦੇ ਵਿੱਚ ਮੈਂ ਆਪ ਜੀ ਦਾ, ਹਰੀ ਦਾ ਜਸ ਕਰ ਸਕਾਂ, ਹਰੀ ਦੀ ਵਡਿਆਈ ਕਰ ਸਕਾਂ। ਤੇ ਗੁਰੂ ਸਵਾਰਿਓ, ਗੁਰਬਾਣੀ ਵਿੱਚ ਆਪਾਂ ਪਾਤਸ਼ਾਹ ਦੇ ਰੋਜ਼ਾਨਾ ਬਚਨ ਪੜ੍ਹਦੇ ਹਾਂ, ਅਵਰ ਦਿਨ ਕਾਹੂ ਕਾਜ ਨਾ ਲਾਏ। ਤੇ ਸਤਿਗੁਰੂ ਕਹਿੰਦੇ ਨੇ ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਤੇ ਸਤਿਗੁਰੂ ਕਹਿੰਦੇ ਤੇਰਾ ਇੱਕ ਜ਼ਿੰਦਗੀ ਦਾ ਕਾਰਜ ਹੈ ਕਿ ਸਤ ਸੰਗਤ ਕਰ, ਸਤ ਸੰਗਤ ਵਿੱਚ ਬੈਠ ਕੇ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਭਜਣਾ ਕਰ। ਪਰ ਗੁਰਬਾਣੀ ਸਤ ਜੀਵ ਕਹਿੰਦਾ ਕਿ ਮੇਰੇ ਕੋਲ ਸਮਾਂ ਨਹੀਂ ਹੈ ਨਾਮ ਜਪਣ ਦਾ, ਕਿ ਮੈਂ ਕਦੋਂ ਨਾਮ ਜਪਾਂ। ਸਾਰਾ ਦਿਨ ਮੈਂ ਧੰਦਿਆਂ ਵਿੱਚ ਲੱਗਿਆ ਰਹਿੰਦਾ ਹਾਂ, ਦਿਨ ਰਾਤ ਮੈਂ ਕਰ ਦਿੰਦਾ ਹਾਂ। ਪਰ ਗੁਰਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਅਬ ਨਾ ਭਜਸ ਭਜਸ ਕਬ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਕਹਿੰਦੇ ਜੇ ਹੁਣ ਚੇਤੇ ਨਹੀਂ ਕਰੇਗਾ ਭਾਈ, ਕਦੋਂ ਚੇਤੇ ਕਰੇਗਾ? ਕਦੋਂ ਉਹਨੂੰ ਮਾਲਕ ਨੂੰ ਯਾਦ ਕਰੇਗਾ? ਇੱਕ ਦਿਨ ਸਮਾਂ ਐਸਾ ਆਵੇਗਾ ਤੇਰੇ ਜ਼ਿੰਦਗੀ ਦਾ ਅੰਤ ਹੋ ਜਾਵੇਗਾ, ਇਹ ਸਰੀਰ ਤੇਰਾ ਫਾਨੀ ਖਤਮ ਹੋ ਜਾਵੇਗਾ।
ਕਹਿੰਦੇ ਉਦੋਂ ਅੰਤ ਸਮੇਂ ਫਿਰ ਤੇਤੋਂ ਪਰਮਾਤਮਾ ਦਾ ਨਾਮ ਭਜਿਆ ਨਹੀਂ ਜਾਵੇਗਾ। ਭਾਵ ਪ੍ਰਭੂ ਪਰਮਾਤਮਾ ਦੀ ਤੂੰ ਇਬਾਦਤ ਨਹੀਂ ਕਰ ਸਕੇਗਾ। ਇਸ ਕਰਕੇ ਮਨੁੱਖਾ ਦੇਹੀ ਦੇ ਵਿੱਚ ਹੀ ਆਪਾਂ ਉਸ ਮਾਲਕ ਦਾ ਨਾਮ ਜਪ ਸਕਦੇ ਹਾਂ, ਬੰਦਗੀ ਕਰ ਸਕਦੇ ਹਾਂ। ਅਤੇ ਜਿਵੇਂ ਸਾਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਸਤਿਗੁਰੂ ਜੀ ਦਾ ਫਰਮਾਨ ਕਿ ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ ਸੰਪਤ ਰਤ ਤਨ ਰਾਜ ਸਿਓ, ਅਤ ਨੇਹੁ ਲਗਾਇਓ ਕਾਲ ਫਾਸ ਜਬ ਗਲ ਪਰੀ, ਸਭ ਭਇਓ ਪਰਾਇਓ। ਕਹਿੰਦੇ ਜਦੋਂ ਕਹਿੰਦੇ ਕਾਲ ਦੀ ਫਾਹੀ ਤੇਰੇ ਗਲ ਵਿੱਚ ਆ ਕੇ ਪੈ ਜਾਣੀ ਨਾ, ਤੇ ਤੇਰਾ ਸਭ ਕੁਝ ਪਰਾਇਆ ਹੋ ਜਾਣਾ। ਕਾਲ ਫਾਸ ਜਬ ਗਲ ਪਰੀ, ਸਭ ਭਇਓ ਪਰਾਇਓ। ਜਿਹ ਬਿਤ ਗੁਰੂ ਉਪਦੇਸਿਆ, ਸੋਖ ਸੁਣ ਰੇ ਭਾਈ, ਨਾਨਕ ਕਹਿਤ ਪੁਕਾਰ ਕੈ, ਗੋਹੋ ਪ੍ਰਭ ਸ਼ਰਨ ਆਈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਫਰਮਾਨ ਹੈ। ਮਨ ਦੇ ਪਰਥਾਏ ਬਚਨ ਕਰਦੇ ਨੇ, ਕਹਿੰਦੇ ਭਏ ਮਨਾ ਐ ਜੀਵ, ਤੂੰ ਹਰੀ ਦਾ ਜਸ ਕਰਨਾ ਕਰ, ਹਰੀ ਦੀ ਵਡਿਆਈ ਕਰ। ਜਿਹੜਾ ਤੇਰਾ ਸੰਗੀ ਬਣੇਗਾ, ਸਾਥੀ ਬਣੇਗਾ ਮਾਰਗ ਇਸ ਲੋਕ ਤੋਂ ਪਰਲੋਕ ਦੇ ਰਸਤੇ ਦੇ ਵਿੱਚ, ਤੇਰੀ ਸਹਾਇਤਾ ਕਰੇਗਾ। ਤੇਰਾ ਸਮਾਂ ਜਿਹੜਾ ਹੈ ਇਹ ਬਤੀਤ ਹੁੰਦਾ ਜਾ ਰਿਹਾ। ਐ ਮਨਾ ਤੂੰ ਮੇਰੀ ਗੱਲ ਮੰਨਣਾ ਕਰ, ਮੇਰੇ ਕਹੇ ਨੂੰ ਮੰਨਣਾ ਕਰ। ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰਿਓ। ਮਨੁੱਖ ਦੀ ਆਦਤ ਐਸੀ, ਸੰਪਤ ਧਨ ਰਥ ਰਾਜ ਸਿਓ, ਧਨ ਸੰਪਦਾ ਦੇ ਵਿੱਚ, ਰਾਜ ਭਾਗ ਦੇ ਵਿੱਚ, ਇਹਦੇ ਵਿੱਚ ਹੀ ਜੀਵ ਨੇ ਆਪਣੇ ਨੇਹ ਲਾਇਆ ਹੋਇਆ, ਪ੍ਰੇਮ ਪੈਦਾ ਕੀਤਾ ਹੋਇਆ ਹੈ। ਪਰ ਸਤਿਗੁਰੂ ਕਹਿੰਦੇ ਜਦੋਂ ਕਾਲ ਦੀ ਫਾਹੀ ਨੇ ਤੈਨੂੰ ਆ ਕੇ ਦਬੋਚਣਾ ਹੈ, ਇਹ ਸਭ ਕੁਝ ਇੱਥੇ ਹੀ ਰਹਿ ਜਾਣਾ, ਅਤੇ ਇਹਨਾਂ ਵਿੱਚੋਂ ਕੋਈ ਵੀ ਤੇਰੇ ਨਾਲ ਨਿਭਣ ਵਾਲਾ ਨਹੀਂ ਹੈ। ਇਸ ਕਰਕੇ ਜਿਹੜਾ ਜ਼ਿੰਦਗੀ ਦਾ ਅਸਲੀ ਕੰਮ ਹੈ, ਪਰਮਾਤਮਾ ਦੀ ਬੰਦਗੀ ਕਰਨੀ, ਉਸ ਪ੍ਰਭੂ ਦੀ ਇਬਾਦਤ ਕਰਨੀ। ਕਹਿੰਦੇ ਭਾਈ ਉਹ ਕੰਮ ਕਰਨਾ ਕਰ, ਜੇ ਤੂੰ ਪ੍ਰਭੂ ਦੀ ਸ਼ਰਨ ਤੱਕ ਲਈ, ਗੁਰੂ ਦੀ ਸ਼ਰਨ ਤੱਕ ਲਈ, ਤੇਰਾ ਸੰਸਾਰ ਵਿੱਚ ਆਇਆ ਸਫਲਾ ਹੋ ਜਾਵੇਗਾ। ਇਸ ਕਰਕੇ ਗੁਰੂ ਸਾਹਿਬਾਨ ਜੀ ਸਮਝਾਉਂਦੇ ਨੇ, ਕਹਿੰਦੇ ਭਾਈ ਜਿਹੜਾ ਕਹਿੰਦੇ ਜੋ ਮੈਨੂੰ 100 ਦਿਨ ਮੌਕੋ ਦੀਜੈ ਪ੍ਰਭ ਜੀਓ, ਹੇ ਪ੍ਰਭੂ ਜੀਓ, ਪ੍ਰਭੂ ਜੀ ਮੈਨੂੰ ਉਹ ਦਿਨ ਦੇਣਾ ਕਰੋ। ਕਿਹੜਾ ਦਿਨ? ਜਾ ਦਿਨ ਹਰ ਜਸ ਗਾਏ, ਜਿਹੜੇ ਦਿਨਾਂ ਦੇ ਵਿੱਚ ਮੈਂ ਹਰੀ ਪਰਮਾਤਮਾ ਦਾ ਜਸ ਗਾ ਸਕਾਂ, ਹਰੀ ਦੀ ਵਡਿਆਈ ਕਰ ਸਕਾਂ, ਉਹ ਦਿਨ ਮਾਲਕ ਜੀ ਮੈਨੂੰ ਦੇਣਾ ਕਰੋ। ਹੁਣ ਦੇਖੋ ਗੁਰੂ ਸਵਾਰਿਓ, ਪਰਮਾਤਮਾ ਨੂੰ ਕਹਿੰਦਾ ਸੀ ਮੇਰੇ ਕੋਲ ਸਮਾਂ ਨਹੀਂ ਹੈ, ਮੈਂ ਇਹਨਾਂ ਧੰਦਿਆਂ ਵਿੱਚ ਖਚਤ ਹੈ, ਅਤੇ ਪਰਮਾਤਮਾ ਨੇ ਐਸੀ ਖੇਡ ਵਰਤਾਈ। ਅੱਜ ਮਨੁੱਖ ਦੀ ਹਾਲਤ ਇਹੋ ਜਿਹੀ ਤਰਸਯੋਗ ਹਾਲਤ ਹੋ ਗਈ ਹੈ ਵਰਲਡ ਦੇ ਵਿੱਚ, ਜਿਹੜੀ ਇਹ ਕਰੋਨਾ ਵਾਇਰਸ ਨਾਮੇ ਵੈਰੀ ਬਿਮਾਰੀ ਫੈਲੀ ਹੈ, ਮਹਾਂਮਾਰੀ, ਜਿਹਦੇ ਰਾਹੀਂ ਮਨੁੱਖਾਂ ਨੂੰ ਘਰ ਵਿੱਚ ਲੋਕਡਾਊਨ ਕੀਤਾ ਗਿਆ ਹੈ। ਕੋਈ ਕੰਮ ਨਹੀਂ ਕਰ ਸਕਦਾ, ਬਾਹਰ ਨਹੀਂ ਨਿਕਲ ਸਕਦਾ ਹੈ। ਅਤੇ ਗੁਰੂ ਸਵਾਰੇ ਇਹ ਮਾਲਕ ਨੇ ਸਾਨੂੰ ਮੌਕਾ ਦਿੱਤਾ ਕਿ ਮਨੁੱਖ ਤੂੰ ਕਹਿੰਦਾ ਸੀ ਮੇਰੇ ਕੋਲ ਨਾਮ ਜਪਣ ਦਾ ਸਮਾਂ ਨਹੀਂ, ਬੰਦਗੀ ਕਰਨ ਦਾ ਸਮਾਂ ਨਹੀਂ, ਮੈਂ ਧੰਦਿਆਂ ਵਿੱਚ ਖਚਤ ਹਾਂ। ਜੇ ਮੈਂ ਇੱਕ ਦਿਨ ਕੰਮ 'ਤੇ ਨਹੀਂ ਗਿਆ, ਇੱਕ ਦਿਨ ਮੈਂ ਆਪਣਾ ਕੰਮ ਨਹੀਂ ਕੀਤਾ, ਮੈਨੂੰ ਬਹੁਤ ਵੱਡਾ ਘਾਟਾ ਪੈ ਜਾਵੇਗਾ। ਅਤੇ ਗੁਰੂ ਸਾਹਿਬਾਨ ਜੀ ਕਹਿੰਦੇ ਭਾਈ ਹੁਣ ਦੱਸ। ਅਤੇ ਇਹ ਸਾਨੂੰ ਹੁਣ ਸਮਾਂ ਮਿਲਿਆ, ਐਵੇਂ ਘਰ ਦੇ ਵਿੱਚ ਬੈਠ ਕੇ ਆਪਾਂ ਅਜਾਈ ਨਾ ਗਾਉਣਾ ਕਰੀਏ। ਜਿਹੜਾ ਸਾਨੂੰ ਸਮਾਂ ਪ੍ਰਾਪਤ ਹੋਇਆ ਨਾ, ਜਿਹੜੇ ਦੁੱਖ ਨੇ, ਤਕਲੀਫਾਂ ਨੇ, ਗੁਰੂ ਸਰੇ ਇਹ ਦੂਰ ਹੋ ਜਾਣਗੀਆਂ। ਬਿਮਾਰੀ ਅੱਜ ਆਈ ਹੈ ਮਹਾਂਮਾਰੀ, ਗੁਰੂ ਨੇ ਕਿਰਪਾ ਕਰਨੀ, ਹੌਲੀ ਹੌਲੀ ਇਹ ਖਤਮ ਹੋ ਜਾਣੀ ਹੈ। ਪਰ ਆਪਾਂ ਇਸ ਸਮੇਂ ਨੂੰ ਵਿਅਰਥ ਨਾ ਗਵਾਈਏ, ਇਸ ਸਮੇਂ ਦਾ ਆਪਾਂ ਲਾਹਾ ਲੈਣਾ ਕਰੀਏ।
ਘਰਾਂ ਦੇ ਵਿੱਚ ਆਪਾਂ ਗੁਟਕੇ ਸਾਹਿਬ ਪ੍ਰਕਾਸ਼ ਕਰੀਏ, ਘਰਾਂ ਦੇ ਵਿੱਚ ਆਪਾਂ ਸਹਿਜ ਪਾਠ ਲਈ ਗੁਰਬਾਣੀ ਦੀਆਂ ਪੋਥੀਆਂ ਪ੍ਰਕਾਸ਼ ਕਰੀਏ ਅਤੇ ਬਾਣੀ ਪੜ੍ਹੋ, ਸਹਿਜ ਪਾਠ ਕਰੋ, ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰੋ ਅਤੇ ਗੁਰੂ ਸਾਹਿਬਾਨ ਦੇ ਚਰਨਾਂ 'ਚ ਫਿਰ ਅਰਦਾਸ ਬੇਨਤੀ ਕਰੋ, ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰੋ, ਮਨੁੱਖਤਾ ਦਾ ਭਲਾ ਕਰੋ। ਆਪਣੇ ਆਪ ਗੁਰੂ ਨੇ ਕਿਰਪਾ ਕਰ ਦੇਣੀ ਹੈ। ਅਤੇ ਇਸ ਕਰਕੇ ਇਹ ਜ਼ਰੂਰੀ ਹੈ। ਜੇ ਆਪਾਂ ਹੁਣ ਇਹ ਸਮੇਂ ਨੂੰ ਆਪਾਂ ਸਾਂਭ ਲਿਆ ਅਤੇ ਗੁਰੂ ਸਰ ਸਾਡਾ ਜੀਵਨ ਸਫਲਾ ਹੋ ਜਾਵੇ। ਕਿ ਕਈਆਂ ਦਾ ਜੀਵਨ ਇਸ ਸਮੇਂ ਵਿੱਚ ਬਦਲਣਾ ਹੈ, ਇਹ ਸੱਚ ਹੈ। ਜਿਹੜੇ ਜੁੜ ਗਏ ਨੇ, ਜਿਹੜੇ ਗੁਰਬਾਣੀ ਦੇ ਲੜ ਲੱਗੇ ਨਾ, ਘਰ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਨੇ, ਬਾਣੀ ਪੜ੍ਹਦੇ ਨੇ, ਕਈਆਂ ਦੇ ਜੀਵਨ ਵਿੱਚ ਬਹੁਤ ਵੱਡੀ ਗੁਰੂ ਸਵਾਰਿਓ ਮੋੜ ਆਉਣਾ ਜੀਵਨ ਵਿੱਚ। ਉਹ ਗੁਰੂ ਕੇ ਜਹਾਜ਼ੇ ਚੜ੍ਹਨਗੇ, ਗੁਰੂ ਵਾਲੇ ਬਣਨਗੇ, ਉਹਨਾਂ ਨੂੰ ਆਪਣੇ ਜੀਵਨ ਦਾ ਮਾਰਗ ਦਰਸ਼ਨ ਪ੍ਰਾਪਤ ਹੋਣਾ ਹੈ ਕਿ ਜ਼ਿੰਦਗੀ ਦਾ ਸਾਡਾ ਅਸਲੀ ਮਨੋਰਥ ਕੀ ਹੈ। ਕਿਉਂਕਿ ਬਾਣੀ ਪੜ੍ਹ ਕੇ ਪਤਾ ਲੱਗਣਾ ਅਸਲ ਵਿੱਚ। ਬਾਣੀ ਦੇ ਵਿੱਚ ਹੀ ਗੁਰੂ ਸਵਾਰਿਓ ਗੋਹਜ ਗਿਆਨ ਹੈ। ਜਦੋਂ ਆਪਾਂ ਇਸ ਬਾਣੀ ਨੂੰ ਪੜ੍ਹਾਂਗੇ ਅਤੇ ਨਾਲ ਵਿਚਾਰਾਂਗੇ, ਫਿਰ ਸਾਨੂੰ ਸਮਝ ਆਵੇਗੀ। ਕੋਸ਼ਿਸ਼ ਕਰੋ, ਐਵੇਂ ਸਮੇਂ ਅਜਾਈ ਨਾ ਜਾਣ ਦਿਓ। ਜੇ ਸਮਾਂ ਸਾਂਭ ਲਿਆ, ਸਿਆਣਿਆਂ ਦਾ ਕਥਨ ਹੈ ਕਿ ਸਮਾਂ ਸੋਈ ਜੋ ਸਾਈਂ ਦੀ ਯਾਦ ਵਿੱਚ ਗੁਜ਼ਰੇ ਪੈਂਦਾ ਮੁਜਰੇ। ਕਿ ਸਮਾਂ ਉਹ ਆ ਜਿਹੜਾ ਸਾਈ ਮਾਲਕ ਦੀ ਯਾਦ ਵਿੱਚ ਗੁਜ਼ਾਰਿਆ ਹੋਵੇ ਨਾ, ਫਿਰ ਉਹ ਮਾਲਕ ਦੇ ਦਰ 'ਤੇ ਉਹ ਪ੍ਰਵਾਨ ਹੋ ਜਾਂਦਾ ਹੈ। ਕਿਉਂਕਿ ਸਾਨੂੰ ਇਹ ਸਮਾਂ ਮਿਲਿਆ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ। ਘਟ ਭੀਤਰ ਤੂੰ ਦੇਖ ਵਿਚਾਰ। ਗੁਰੂ ਸਾਹਿਬਾਨ ਕਹਿੰਦੇ ਆਪਣੇ ਘਟ ਹਿਰਦੇ 'ਚ ਤੂੰ ਵਿਚਾਰ ਕੇ ਦੇਖ ਭਾਈ, ਇਹ ਤੇਰਾ ਸਮਾਂ ਹੈ, ਇਸ ਸਮੇਂ ਨੂੰ ਐਵੇਂ ਅਜਾਈ ਨਾ ਗਵਾ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ, ਕਹਿੰਦੇ ਭਾਈ ਦੇਖੋ, ਕਹਿੰਦੇ ਮੈਨੂੰ ਉਹ ਦਿਨ ਮਾਲਕ ਜੀ ਬਖਸ਼ੋ ਜਿਸ ਦਿਨ ਮੈਂ ਆਪ ਜੀ ਦਾ ਜਸ ਕਰਾਂ, ਆਪ ਜੀ ਦੀ ਵਡਿਆਈ ਕਰਦਾ ਰਹਾਂ, ਆਪ ਜੀ ਦਾ ਸਿਮਰਨ ਕਰਦਾ ਰਹਾਂ, ਟਹਿਲ ਸੇਵਾ ਕਰਦਾ ਰਹਾਂ। ਮੈਨੂੰ ਉਹ ਸਮਾਂ ਬਖਸ਼ੋ ਤਾਂ ਕਿ ਮੈਂ ਆਪਣੇ ਸਮੇਂ ਦੀ ਕਦਰ ਕਰ ਸਕਾਂ, ਮੇਰਾ ਜੀਵਨ ਸਫਲਾ ਹੋ ਜਾਵੇ। ਪਰ ਮਨੁੱਖ ਦੀ ਆਦਤ ਕੈਸੀ ਹੈ, ਮਨੁੱਖ ਕਰਦਾ ਕੀ ਹੈ? ਆਰੰਭਤਾ ਵਿੱਚ ਪਾਤਸ਼ਾਹ ਜੀ ਬਚਨ ਕਰਦੇ ਨੇ, ਵਿੱਤ ਨਵਿੱਤ ਭਰਮਿਓ ਬਹੁ ਭਾਂਤੀ, ਅਨਕ ਯਤਨ ਕਰਤਾ ਏ। ਵਿੱਤ ਦਾ ਅਰਥ ਹੈ ਮਾਇਆ, ਨਵਿੱਤ ਦਾ ਅਰਥ ਹੈ ਪ੍ਰਾਪਤੀ ਲਈ, ਮਾਇਆ ਦੀ ਪ੍ਰਾਪਤੀ ਲਈ। ਜੀਵ ਭਰਮਦਾ ਫਿਰਦਾ ਹੈ ਤੇ ਅਨਕ ਯਤਨ ਕਰਤਾ ਏ, ਅਨੇਕਾਂ ਕੋਸ਼ਿਸ਼ਾਂ ਕਰਦਾ, ਦੇਸ਼ਾਂ ਵਿਦੇਸ਼ਾਂ ਦੀ ਯਾਤਰਾ ਕਰਦਾ, ਦਿਨ ਰਾਤ ਭੱਜਿਆ ਫਿਰਦਾ ਹੈ ਕਿ ਮੈਨੂੰ ਇਹ ਮਾਇਆ ਪ੍ਰਾਪਤ ਹੋ ਜਾਵੇ। ਮਾਇਆ ਸਾਡੀ ਗੁਜਰਾਨ ਹੈ। ਗੁਰੂ ਸਵਾਰਿਓ, ਗੁਰਬਾਣੀ ਦਾ ਤੱਕ ਵਚਨ ਕਰਦੀ ਹੈ ਕਿ ਪਾਪਾਂ ਬਾਝੋਂ ਹੋਵੈ, ਨਾ ਹੀ ਮੋਇਆਂ ਸਾਥ ਨਾ ਜਾਈ। ਪਰ ਇੱਕ ਗੱਲ ਇਹ ਵੀ ਯਾਦ ਰੱਖਣੀ ਹੈ, ਜਿਹੜੇ ਸਾਡੇ ਕਰਮਾਂ ਵਿੱਚ ਲਿਖ ਦਿੱਤੀ ਨਾ, ਉਹ ਸਾਨੂੰ ਪ੍ਰਾਪਤ ਹੋਣੀ ਹੈ। ਜਿਹੜੀ ਮੇਰੇ ਕਰਮਾਂ 'ਚ ਲਿਖੀ ਹੈ ਉਹ ਮੈਨੂੰ ਮਿਲੇਗੀ, ਜਿਹੜੇ ਤੁਹਾਡੇ ਕਰਮਾਂ 'ਚ ਤੁਹਾਨੂੰ ਮਿਲੇਗੀ, ਉਹ ਦੂਜਾ ਨਹੀਂ ਕੋਈ ਖੋ ਸਕਦਾ। ਕਰਮ ਗਤੀ ਬਲਵਾਨ ਹੈ। ਅਤੇ ਸਤਿਗੁਰੂ ਬਚਨ ਕਰਦੇ ਨੇ, ਕਹਿੰਦੇ ਅਨਕ ਯਤਨ, ਨੇਕਾਂ ਕੋਸ਼ਿਸ਼ਾਂ ਕਰਦਾ, ਕਦੇ ਇੱਧਰ ਨੂੰ ਦੌੜਦਾ, ਉੱਧਰ ਨੂੰ ਦੌੜਦਾ। ਇਸ ਤਰ੍ਹਾਂ ਜੀਵ ਦਿਨ ਰਾਤ ਦੌੜਿਆ ਭੱਜਿਆ ਫਿਰਦਾ ਹੈ। ਪਰ ਸਤਿਗੁਰੂ ਜੋ ਜੋ ਕਰਮ ਕੀਏ ਹੋਮੈ, ਤੇ ਪੇ ਅਜਾਏ। ਜਿਹੜੇ ਵੀ ਜੀਵ ਨੇ ਮੈਂ ਕਰਦਿਆਂ ਹੋਇਆਂ ਕਰਮ ਕੀਤੇ ਨੇ ਨਾ, ਮਾਇਆ ਵਿੱਚ ਗਲਤਾਨ ਹੋ ਕੇ, ਹੋਮੈ ਵਿੱਚ ਹੰਗਤਾਮੰਦ ਖਚਤ ਹੋ ਕੇ, ਕਹਿੰਦੇ ਉਹ ਸਾਰੇ ਕਹਿੰਦੇ ਭਾਈ ਤੇਰੇ ਵਿਅਰਥ ਨੇ, ਕਿਸੇ ਕੰਮ ਆਉਣ ਵਾਲੇ ਨੇ। ਹੁਣ ਗੁਰੂ ਸਵਾਰੇ ਮਾਇਆ ਕਿਵੇਂ ਜੀਵ ਦਾ ਕਰਮ ਖੋਲ੍ਹਦੇ ਨੇ। ਕਹਿੰਦੇ ਨੇ ਇੱਕ ਵਾਰੀ ਮਾਇਆ ਅਤੇ ਕਰਮਾਂ ਦਾ ਸੰਵਾਦ ਹੋ ਗਿਆ। ਮਾਇਆ ਕਹਿਣ ਲੱਗੀ ਮੈਂ ਵੱਡੀ ਹਾਂ, ਕਰਮ ਕਹਿਣ ਲੱਗੇ ਮੈਂ ਵੱਡਾ ਹਾਂ।
दोनों का झगड़ा हो गया। माया कहन लगी जिथे मैं जाती है ना उन्होंने फिर मालो माल कर देंदी है। मैं चाहवा क्षण मात्र विच मैं भिखारी नूं राजा बना सकती हाँ, जे मैं चाहवा तो राजे नूं भिखारी बना सकती हाँ। तो कर्म कहन लगे तू कली नहीं कुछ कर सकती, जे मैं नाल होवां ना, कर्म नाल होण, फिर कहते गल बनती है। कहते चलो आप परख के देखते हैं। सामने एक लकड़हारा आ रहा सी। माया कहन लगी वो लकड़हारा है, देख मैं किवें उहनूं क्षण मात्र विच अमीर करदी हाँ। ते गुरु सवारियो कर्म कहन लगा ठीक है। कहते माया गई कोल, इस्त्री का रूप धारण किया। कहन लगी लकड़हारे नूं कि आ चक माया ते अपनी जिंदगी हुण तू वधिया बतीत करना कर। माया की थैली देना कीती, भरी हुई थैली। लकड़हारे ने वो थैली देखी, बड़े चाअ दे नाल घर दे विच पहुंचिया। घर वाली किते बाहर गई हुई है, बाहर दरवाजे नूं जिंदरा लग्या होया, ते माया की थैली अंदर सुट्टी ते आप वापस मुड़ आया। जदों खड़ाक होया तो गुआढ़ियां ने देखिया की डिग्या, गुआढ़ियां दे घर देखिया कि माया की थैली है। तो गुआढ़ियां ने वो माया चुकी तो अपने को सामभ के रख ली। हार गया इत्थे कर्मां दे अगे, माया हार गई पहले कर्म दे विच। ते कहते गुआढ़ी अपने घर चले गए। गुआढ़िया ने अपने को माया रखना की। शाम वे लकड़हारा वापस आया, कहन लग्या भगवान ने घर विच माया सी। कहन लगी पति जी मैन तां कुछ प्राप्त नहीं होया, बड़ा दुख मनाया कि माया चोरी हो गई। दूजे दिन फिर वो लकड़हारे ने अपने मोढे उत्ते कुहाड़ा चुकिया होया फिर जा रहा। कर्म कहन लगे माया नूं कि देख सामने तेरा भगत आ रहा, जिन्हों तू कहती सी मैं अमीर करना है, वो देख फिर उसकी तरसयोग हालत है। फिर वो इस तरह ही आ रहा है। माया फिर कोल गई, कहन लगी पुत्र तैनू मैं माया की थैली देना कीती सी, तू फिर इस तरह ये कुहाड़ा चुकिया लकड़ा बढ़न जा रहा है। तो अगों वो कहन लग्या कि वो माया चोरी हो गई है। माया कहने लगी कोई गल नहीं, आ फड़ लाल। जिन्नी एक थैली माया की भरी हुई सी, ये लाल की कीमत उहदे नाल कई दुगनी चौगनी है। ये लाल जे तू बाजार में जाके बेचेगा जोहरी दे कोल लखां करोड़ां तैनूं प्राप्त हो जाना है। आ पकड़ लाल, ये लाल लै जा। हुण तां लकड़ां नहीं बढ़नी, अज तो बाद जंगल विच नहीं जाना। सत बचन जी। हुण गुरु सर गर्मी की रुत सी, रास्ते दे विच पैदल, क्योंकि उदों समा इहो जिहा हुंदा सी लोग पैदल चलते हुंदे सन। अजकल तां गुरु की बड़ी बख्शिश साधन है मनुख दे कोल, ते पैदल आ रहे आ। इनू प्यास लगी, नदी दे किनारे ये पानी पीण लग्या। अपनी जेब दे विच वो लाल पाया होया सी। जदों गुरु सवारी ने पानी पीण लई ये झुकिया, कहते जेब विचों वो लाल डिग्या तो नदी में जाके डिग्या। मच्छी ने निकलना किया, फिर खाली। फिर उदास होके तीजे दिन फिर आ रहा। कर्म कहन लगे देख तेरा भगत जिन्हों तू कहती सी मैं अमीर कर देना, वो अज फिर इस तरह खाली आ रहा। वो उही कपड़े पाए हुए ने, उही कुहाड़ा है, उही तरसयोग हालत है। तो फिर कोल गई, कहन लगी पुत्र अज फिर तू इस तरह आ रहा, तैनू मैं लाल देना कीता सी। कहन लग्या वो नदी विच डिग गया तो मच्छी ने निगलना किया। कहन लगी कोई गल नहीं पुत्र, आ फड़ 9 लखा हार, इहदी कीमत बहुत ज़्यादा है, इनू सामभ के रखी कि देखी किते हुण चोरी ना हो जावे। बड़ा खुश होया कि मेरे ते बड़ी प्रसन्नता हो रही है, मैनूं निता प्रति कुछ ना कुछ प्राप्त हो रहा है।
ਹੁਣ ਗੁਰੂ ਸਵਾਰੇ ਫਿਰ ਰਸਤੇ ਵਿੱਚ ਤੁਰੇ, ਉਹਨੇ ਕੀ ਕੀਤਾ, ਉਸ 9 ਲੱਖੇ ਹਾਰ ਨੂੰ ਆਪਣੀ ਪੱਗ ਵਿੱਚ ਲੁਕਾਉਣਾ ਕੀਤਾ ਕਿ ਕੋਈ ਚੋਰੀ ਨਾ ਜੇਬ ਵਿੱਚੋਂ ਡਿੱਗ ਗਿਆ ਤੇ ਪੱਗ ਮੇਰੀ ਸੀਸ ਉੱਤੇ ਰਹੇਗੀ, ਪੱਗ ਨੂੰ ਕੋਈ ਹੱਥ ਨਹੀਂ ਪਾਵੇਗਾ ਤੇ ਕਿਸੇ ਨੂੰ ਪਤਾ ਨਹੀਂ ਲੱਗੇਗਾ। ਤੇ ਪੱਗ ਵਿੱਚ ਲੁਕੋ ਲਿਆ ਤੇ ਰਸਤੇ ਦੇ ਵਿੱਚ ਗੁਰੂ ਸਰ ਆ ਰਹੇ ਆ ਤੇ ਪੈਦਲ ਚੱਲਦਾ ਆ ਰਿਹਾ। ਠੰਡੀ ਰਮਣੀਕ ਛਾਂ ਦੇਖਣਾ ਕੀਤੀ, ਦਰੱਖਤ ਦੀ ਠੰਡੀ ਛਾਂ, ਕਿ ਸੋਚਿਆ ਚੱਲ ਕੁਝ ਸਮੇਂ ਲਈ ਮੈਂ ਆਰਾਮ ਕਰ ਲਵਾਂ। ਤੇ ਗੁਰੂ ਸਰ ਆਰਾਮ ਦਰੱਖਤ ਦੀ ਛਾਂ ਥੱਲੇ ਆਰਾਮ ਕਰਨ ਲੱਗੇ ਆ। ਗੂੜੀ ਨੀਂਦ ਸੁੱਤਾ ਤੇ ਸੁੱਤੇ ਪਏ ਨੂੰ ਪਤਾ ਨਹੀਂ ਲੱਗਿਆ ਕਦੋਂ ਪੱਗ ਖੁੱਲ੍ਹ ਗਈ, ਦਸਤਾਰ ਖੁੱਲ੍ਹ ਗਈ। ਦਸਤਾਰ ਖੁੱਲ੍ਹੀ ਤੇ ਉਹ ਹਾਰ ਦੀ ਚਮਕ ਆਕਾਸ਼ ਤੱਕ ਪੈਂਦੀ ਸੀ। ਆਕਾਸ਼ ਦੇ ਉੱਤੇ ਗੁਰੂ ਸਵਾਰਿਓ ਗਿਰਜ ਜਿਹੜੀ ਸੀ ਇੱਲ ਘੁੰਮ ਰਹੀ ਸੀ। ਉਹਨਾਂ ਦੇਖੇ ਕੋਈ ਚਮਕਦੀ ਚੀਜ਼ ਹੈ। ਉਹ ਗੁਰੂ ਸਾਹਿਬ ਗਿਰਜ ਨੇ ਸਣੇ ਦਸਤਾਰ ਦੇ ਕਹਿੰਦੇ ਨੇ ਉਸ ਹਾਰ ਨੂੰ ਚੁੱਕ ਕੇ ਲੈ ਗਈ। ਹੁਣ ਤਿੰਨ ਦਿਨ ਇਸ ਤਰ੍ਹਾਂ ਘਟਨਾਵਾਂ ਵਾਪਰੀਆਂ ਤੇ ਤਿੰਨੇ ਦਿਨ ਗੁਰੂ ਸਵਾਰਿਓ ਉਹ ਹਾਰ ਵੀ ਚੋਰੀ ਹੋ ਗਏ ਆ, ਲਾਲੂ ਮੱਛੀ ਨੇ ਨਿਗਲ ਲਿਆ, ਜਿਹੜੀ ਮਾਇਆ ਦੀ ਥੈਲੀ ਸੀ ਗੁਆਂਢੀਆਂ ਨੇ ਚੋਰੀ ਕਰ ਲਈ ਤੇ ਬਿਲਕੁਲ ਖਾਲੀ ਤੀ। ਚੌਥੇ ਦਿਨ ਅੱਜ ਫਿਰ ਉਸ ਤਰ੍ਹਾਂ ਆ ਰਹੇ ਆ। ਮਾਇਆ ਨੂੰ ਕਹਿਣ ਲੱਗਿਆ ਕਰਮ ਕੇ ਦੇਖ ਤੇਰੇ ਸਾਹਮਣੇ ਤੇਰਾ ਭਗਤ ਅੱਜ ਨੂੰ ਕਹਿੰਦੀ ਸੀ ਮੈਂ ਅਮੀਰ ਕਰਨਾ, ਫਿਰ ਉਸੇ ਤਰ੍ਹਾਂ ਆ ਰਿਹਾ। ਮਾਇਆ ਕਹਿਣ ਲੱਗੀ ਹੁਣ ਮੈਂ ਥੱਕ ਗਈ ਹਾਂ, ਹੁਣ ਤੁਸੀਂ ਇਹਨੂੰ ਅਮੀਰ ਕਰਕੇ ਵਿਖਾਵੋ। ਤੇ ਗੁਰੂ ਸਵਾਰਿਓ ਕਹਿੰਦੇ ਨੇ ਉਸ ਸਮੇਂ ਕਰਮਾਂ ਨੇ ਫਿਰ ਐਸੀ ਕਰਵਟ ਲਿਆਂਦੀ ਜੀਵਨ ਦੇ ਵਿੱਚ। ਕਹਿੰਦੇ ਇਹ ਲੱਕੜਹਾਰਾ ਜੰਗਲ ਵਿੱਚ ਗਿਆ, ਲੱਕੜਾਂ ਕੱਟ ਲਿਆ। ਸਾਹਮਣੇ ਇੱਕ ਦਰਖਤ ਨੂੰ ਕੱਟਣ ਲੱਗਿਆ, ਸੁੱਕਾ ਦਰਖਤ ਸੀ। ਕੀ ਦੇਖਿਆ ਕਿ ਜਿਸ ਸੁੱਕੇ ਦਰਖਤ ਦੇ ਉੱਤੇ ਜਿਹੜੀ ਦੀ ਦਸਤਾਰ ਸੀ ਉਹ ਦਸਤਾਰ ਪਈ ਹੋਈ ਹੈ। ਇਹਨੇ ਦਰਖਤ ਵੱਢਿਆ, ਉੱਤੇ ਚੜ੍ਹਿਆ, ਦੇਖਿਆ ਕਿ ਦਸਤਾਰ ਵੀ ਪਈ ਹੈ ਤੇ ਮੇਰਾ 9 ਲੱਖਾ ਹਾਰ ਹੀ ਵਿੱਚ ਪਿਆ ਹੋਇਆ। ਉਸ ਸਮੇਂ ਦਸਤਾਰ ਸਾਂਭੀ, 9 ਲੱਖਾ ਹਾਰ ਸਾਂਭਿਆ। ਫਿਰ ਗੁਰੂ ਸਵਾਰਿਓ ਮਨ ਵਿੱਚ ਵਿਚਾਰ ਕੀਤੀ, ਰਸਤੇ ਵਿੱਚ ਆ ਰਿਹਾ। ਰਸਤੇ ਵਿੱਚ ਆਉਂਦਾ ਹੋਇਆ ਸੋਚਦਾ ਕਿ ਚਲੋ ਅੱਜ ਕੁਝ ਨਾ ਕੁਝ ਘਰ ਲੈ ਕੇ ਜਾਈਏ। ਮੈਨੂੰ 9 ਲੱਖਾ ਹਾਰ ਪ੍ਰਾਪਤ ਹੋਇਆ, ਮੇਰੀ ਗੁਆਚੀ ਚੀਜ਼ ਲੱਭ ਗਈ ਹੈ, ਚਲੋ ਮੈਂ ਮੱਛੀ ਲੈ ਕੇ ਜਾਵਾਂ, ਘਰ ਵਿੱਚ ਮੱਛੀ ਬਣਾਵਾਂਗੇ। ਹੁਣ ਰਸਤੇ ਵਿੱਚ ਆ ਰਿਹਾ, ਮੱਛੀ ਖਰੀਦੀ, ਮੱਛੀ ਖਰੀਦ ਕੇ ਘਰ ਵਿੱਚ ਲੈ ਕੇ ਗਿਆ। ਤੇ ਗੁਰੂ ਸਵਾਰਿਓ ਘਰ ਦੇ ਵਿੱਚ ਪਹੁੰਚਿਆ ਤੇ ਘਰ ਵਾਲੀ ਨੂੰ ਕਹਿਣ ਲੱਗਿਆ, ਮੱਛੀ ਬਣਾਉਣਾ ਕਰਨ ਵਾਲਾ, ਤੇ ਕਹਿਣ ਲੱਗਿਆ ਆਹ ਦੇਖ ਮੈਨੂੰ ਹਾਰ ਪ੍ਰਾਪਤ ਨੂੰ ਸਾਂਭ ਕੇ ਰੱਖੀ। ਹੁਣ ਜਦੋਂ ਘਰ ਵਾਲੀ ਨੇ ਮੱਛੀ ਚੀਰੀ, ਉਹ ਟੁਕੜੇ ਕੀਤੇ, ਕੁਦਰਤੀ ਤੌਰ 'ਤੇ ਉਹ ਮੱਛੀ ਪ੍ਰਾਪਤ ਹੋ ਗਈ ਜਿਸ ਮੱਛੀ ਨੇ ਉਹ ਲਾਲ ਨਿਕਲਿਆ ਸੀ। ਵਿੱਚੋਂ ਨੂੰ ਚੀਰਨਾ ਕਿ ਤਾਂ ਵਿੱਚੋਂ ਲਾਲ ਨਿਕਲ ਆਇਆ। ਦੇਖ ਕੇ ਹੈਰਾਨ ਹੋ ਗਿਆ ਤੇ ਰੌਲਾ ਪਾਇਆ, ਕਹਿਣ ਲੱਗੇ ਗੁਆਚੀ ਚੀਜ਼ ਲੱਭ ਗਈ, ਗੁਆਚੀ ਚੀਜ਼ ਲੱਭ ਗਈ। ਉੱਚੀ ਉੱਚੀ ਦੋਨੋਂ ਪਤੀ ਪਤਨੀ ਬੱਚੇ ਕਹਿ ਰਹੇ ਨੇ ਕਿ ਗੁਆਚੀ ਚੀਜ਼ ਲੱਭ ਗਈ, ਗੁਆਚੀ ਚੀਜ਼ ਲੱਭ ਗਈ। ਤੇ ਗੁਆਂਢੀਆਂ ਦੇ ਕੰਨਾਂ ਵਿੱਚ ਇਹ ਆਵਾਜ਼ ਪਈ ਤੇ ਗੁਆਂਢੀ ਕਹਿਣ ਲੱਗੇ ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਵੇ ਕਿ ਅਸੀਂ ਇਹਨਾਂ ਦੀ ਮਾਇਆ ਚੋਰੀ ਕੀਤੀ ਹੈ, ਕਿਤੇ ਇਹ ਨਾ ਹੋਵੇ ਸਾਡੀ ਸ਼ਿਕਾਇਤ ਇਹ ਕੋਤਵਾਲ ਕੋਲ ਜਾ ਕੇ ਕਰ ਦੇਣ ਤੇ ਸਾਨੂੰ ਚੋਰ ਸਮਝ ਕੇ ਸੂਲੀ ਉੱਤੇ ਨਾ ਚਾੜ੍ਹ ਦਿੱਤਾ ਜਾਵੇ। ਗੁਆਂਢੀਆਂ ਨੇ ਸਮਾਂ ਪਾ ਕੇ ਗੁਰੂ ਸਾਹਿਬ ਜਿਹੜੀ ਮਾਇਆ ਦੀ ਥੈਲੀ ਸੀ ਉਹ ਚੁੱਪ ਚਪੀਤੇ ਇਹਨਾਂ ਦੇ ਘਰ ਦੇ ਵਿੱਚ ਰੱਖ ਦਿੱਤੀ। ਤੇ ਇੱਕ ਦਿਨ ਦੇ ਵਿੱਚ ਹੀ ਤਿੰਨੇ ਚੀਜ਼ਾਂ ਪ੍ਰਾਪਤ ਹੋ ਗਈਆਂ। ਮਾਇਆ ਦੀ ਥੈਲੀ ਵੀ ਪ੍ਰਾਪਤ ਹੋ ਗਈ, ਉਹ ਲਾਲ ਵੀ ਪ੍ਰਾਪਤ ਹੋ ਗਿਆ ਤੇ 9 ਲੱਖਾ ਹਾਰ ਵੀ ਪ੍ਰਾਪਤ ਹੋ ਗਿਆ। ਤੇ ਕਰਮ ਕਹਿਣ ਲੱਗੇ ਦੱਸ ਮਾਇਆ ਹੁਣ ਤੂੰ ਬਲਵਾਨ ਹੈ ਕਿ ਮੈਂ ਬਲਵਾਨ ਹਾਂ। ਜਿਹਦੇ ਨਾਲ ਮੈਂ ਹੁੰਦਾ ਨਾ ਕਰਮ ਹੁੰਦੇ ਨੇ, ਅਸਲ ਵਿੱਚ ਉਹ ਚੀਜ਼ ਸਫਲਤਾ ਮਿਲਦੀ ਜੇ ਕਰਮ ਮੇ ਨਾਨ ਹੋਣ ਨਾਲ ਹੋਣ। ਤੇ ਵੱਡੇ ਵੱਡੇ ਮਨੁੱਖ ਨੇ, ਕਈ ਵਾਰੀ ਐਸਾ ਹੁੰਦਾ ਗੁਰੂ ਸਵਾਰਿਓ, ਕਈ ਮਨੁੱਖ ਐਸੇ ਨੇ ਆਪਣਾ ਕਿਰਤ ਕਰਦੇ ਨੇ, ਕਿਰਤ ਕਰਦੇ ਵੱਡੇ ਵੱਡੇ ਕਾਰੋਬਾਰ ਖੋਲ੍ਹਦੇ ਨੇ, ਉਹਨਾਂ ਨੂੰ ਘਾਟਾ ਪੈ ਜਾਂਦਾ। ਕਾਰਨ ਕੀ ਹੈ ਕਿ ਮਾਇਆ ਜ਼ਰੂਰ ਹੈ ਪਰ ਨਾਲ ਕਰਮ ਨਹੀਂ ਹਨ। ਕਰਮਾਂ ਤੋਂ ਬਿਨਾਂ ਗੁਰੂ ਜਿਹੜੀ ਮਾਇਆ ਹੈ ਇਹ ਜੀਵ ਨੂੰ ਪ੍ਰਾਪਤ ਨਹੀਂ ਹੋ ਸਕਦੀ ਹੈ।
ਜਿਹੜੀ ਮੇਰੇ ਕਰਮਾਂ ਵਿੱਚ ਲਿਖੀ ਉਹ ਮੈਨੂੰ ਮਿਲੇਗੀ, ਜਿਹੜੀ ਤੁਹਾਡੇ ਕਰਮਾਂ ਵਿੱਚ ਤੁਹਾਨੂੰ ਮਿਲੇਗੀ। ਕੋਈ ਇੱਕ ਦੂਜੇ ਤੇ ਖੋ ਨਹੀਂ ਸਕਦਾ ਹੈ। ਇਸ ਕਰਕੇ ਸਤਿਗੁਰੂ ਇੱਥੇ ਬਚਨ ਕਰਦੇ ਨੇ, ਕਹਿੰਦੇ ਪਰ ਮਨੁੱਖ ਇਸ ਮਾਇਆ ਨੂੰ ਪ੍ਰਾਪਤ ਕਰਨ ਦੇ ਦਿਨ ਰਾਤ ਦੌੜਿਆ ਭੱਜਿਆ ਫਿਰਦਾ ਹੈ, ਅਨੇਕਾਂ ਯਤਨ ਕਰਦਾ, ਕੋਸ਼ਿਸ਼ਾਂ ਕਰਦਾ ਹੈ ਕਿ ਮੈਨੂੰ ਇੱਧਰੋਂ ਮਾਇਆ ਇੱਧਰੋਂ ਪ੍ਰਾਪਤ ਹੋ ਜਾਵੇ। ਪਰ ਸਤਿਗੁਰੂ ਨੇ ਜੋ ਜੋ ਕਰਮ ਕੀਏ ਹੋ ਮੈਂ ਤੇ ਭੇ ਅਜਾਏ। ਮੈਂ ਵਿੱਚ ਲੱਗ ਕੇ ਜਿਹੜੇ ਵੀ ਭਾਈ ਤੈ ਕਰਮ ਕੀਤੇ ਨੇ ਨਾ, ਉਹ ਸਾਰੇ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਅਜਾਏ, ਉਹ ਵਿਅਰਥ ਚਲੇ ਗਏ। ਅਸਲੀ ਜ਼ਿੰਦਗੀ ਦਾ ਕਰਮ ਕਿਹੜਾ ਹੈ? ਨਾਮ ਜਪਣਾ। ਆਪਾਂ ਮਾਝ ਰਾਗ ਵਿੱਚ ਸਤਿਗੁਰੂ ਦੇ ਬਚਨ ਪੜ੍ਹਦੇ ਨਾ, 12 ਮਹੀਨਾਮ ਬਾਣੀ ਵਿੱਚ ਪਹਿਲਾ ਸ਼ਬਦ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ। ਧੇਨ ਦੁੱਧੈ ਤੇ ਬਾਹਰੀ ਕਿਤੈ ਨ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਹਰ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ਜਿਤ ਘਰ ਹਰ ਕੰਤ ਨ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਕਹਿੰਦਾ ਜਿਸ ਘਰ ਹਿਰਦੇ ਰੂਪੀ ਘਰ ਵਿੱਚ ਕੰਤਪਤੀ ਪਰਮੇਸ਼ਰ ਪ੍ਰਗਟ ਨਹੀਂ ਹੁੰਦਾ, ਭਾਵ ਜਿਨ੍ਹਾਂ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਪਤੀ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕੀਤਾ, ਲੱਭਣਾ ਨਹੀਂ ਕੀਤਾ। ਕਹਿੰਦੇ ਇੱਕ ਤਰ੍ਹਾਂ ਉਹ ਜਿਹੜਾ ਅੰਤःਕਰਣ ਹੈ ਉਹ ਨਗਰ, ਕਹਿੰਦੇ ਹਿਰਦੇ ਰੂਪੀ ਨਗਰ ਕਹਿੰਦੇ ਬਲਦੇ ਹੋਏ ਭੱਠ ਦੀ ਨਿਆਈ ਹਨ। ਦਿਨ ਰਾਤ ਪਰਮਾਤਮਾ ਦੇ ਨਾਮ ਤੋਂ ਬਿਨਾਂ ਈਰਖਾ ਦੀ ਅੱਗ ਵਿੱਚ, ਵਿਕਾਰਾਂ ਦੀ ਅੱਗ ਦੇ ਵਿੱਚ ਉਹ ਸੜਦਾ ਹੀ ਰਹਿੰਦਾ ਹੈ, ਬਲਦਾ ਹੀ ਰਹਿੰਦਾ ਹੈ। ਇਸ ਕਰਕੇ ਗੁਰੂ ਸਾਹਿਬ ਨਾਮ ਜਪਣਾ ਅਤੀ ਜ਼ਰੂਰੀ ਹੈ, ਜਿਸ ਕਾਰਜ ਲਈ ਸਾਨੂੰ ਇਹ ਮਨੁੱਖਾਂ ਦੇਹੀਆਂ ਪ੍ਰਾਪਤ ਹੋਈਆਂ ਨੇ। ਅਤੇ ਗੁਰੂ ਸਾਹਿਬਾਨ ਜੀ ਕਿਰਪਾ ਕਰਦੇ ਨੇ, ਕਹਿੰਦੇ ਤੇ ਭੇ ਅਜਾਏ। ਮੈਂ ਮੇਰੀ ਕਰਦਿਆਂ ਹੋਇਆ ਮੈਂ ਵਿੱਚ ਲੱਗ ਕੇ ਜਿੰਨੇ ਵੀ ਮਨੁੱਖ ਨੇ ਕਰਮ ਕੀਤੇ, ਕਹਿੰਦੇ ਉਹ ਸਾਰੇ ਕਹਿੰਦੇ ਅਜਾਏ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਵਿਅਰਥ ਚਲੇ ਗਏ। ਰਹਾਉ ਪੁੱਤਰ ਕਲਤਰ ਗ੍ਰਹਿ ਦੇਖ ਪਸਾਰਾ। ਇਸ ਹੀ ਮਹਿ ਔਰ ਜਾਏ। ਗੁਰੂ ਸਾਹਿਬਾਨ ਜੀ ਰਹਾਉ ਤੋਂ ਅੱਗੇ ਦੂਸਰੇ ਪਦੇ ਵਿੱਚ ਕਿਰਪਾ ਕਰਦੇ ਨੇ ਕਿ ਵਿਸ਼ਰਾਮ ਦੇ ਕੇ ਪੁੱਤਰ ਕਲੱਤਰ, ਪੁੱਤ ਕਲੱਤਰ ਘਰ ਵਾਲੀ, ਗ੍ਰਹਿ ਆਪਣੇ ਘਰ ਨੂੰ ਮਕਾਨ ਨੂੰ ਦੇਖ ਕੇ, ਇਹਦੇ ਵਿੱਚ ਹੀ ਦੇਖ ਕੇ ਇਹਦੇ ਵਿੱਚ ਹੀ ਜੀਵ ਆਪਣੇ ਮਨ ਨੂੰ ਉਲਝਾ ਰੱਖਦਾ, ਇਹਦੇ ਵਿੱਚ ਉਲਝਿਆ ਰਹਿੰਦਾ ਹੈ ਦਿਨ ਰਾਤ। ਮੇਰਾ ਪੁੱਤ, ਮੇਰੀ ਧੀ, ਮੇਰੀ ਘਰ ਵਾਲੀ, ਮੇਰਾ ਮਕਾਨ। ਪਰ ਸਤਿਗੁਰੂ ਕਹਿੰਦੇ ਨੇ ਦੇਖ, ਪੁੱਛੋ ਭਗਤ ਜੀ ਨੂੰ, ਭਗਤ ਸਾਹਿਬਾਨ ਜੀ ਬਚਨ ਕਰਦੇ ਨੇ ਕਿ ਬਹੁ ਪਰ ਪੰਚ ਕਰ ਪਰ ਤਨ ਲਿਆਵੈ। ਸੁਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ। ਅੰਤ ਨਵੇਰਾ ਤੇਰੇ ਜੀਵ ਪੈ ਲੀਜੈ। ਕਿ ਮੋਹ ਦੀਆਂ ਤੰਦਾਂ ਵਿੱਚ ਜੀਵ ਇਸ ਤਰ੍ਹਾਂ ਖਚਤ ਹੈ। ਜੀਵ ਜਦੋਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ, ਅਸਲ ਵਿੱਚ ਪਾਲਣਾ ਪੋਸ਼ਣਾ ਪਰਮਾਤਮਾ ਕਰਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਵਿਹਲੇ ਬੈਠ ਜਾਣਾ। ਦਸਾਂ ਨੋਹਾਂ ਦੀ ਕਿਰਤ ਆਪਾਂ ਕਰਨੀ ਹੈ। ਦਸਾਂ ਨੋਹਾਂ ਦੀ ਕਿਰਤ ਕਰਕੇ ਉਹਦੇ ਰਾਹੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਛਕਾਉਣਾ ਹੈ। ਅਤੇ ਜਿਹੜੀ ਦਸਾਂ ਨੋਹਾਂ ਦੀ ਕਿਰਤ ਆਪਾਂ ਕਰਨੀ, ਪਰ ਰਿਜ਼ਕ ਦੇਣ ਵਾਲਾ ਪਰਮਾਤਮਾ, ਆਪਾਂ ਇੱਕ ਜ਼ਰੀਆ ਬਣੇ ਹੋਏ ਹਾਂ। ਮਾਨੇ ਇੱਕ ਪਰਿਵਾਰ ਦੇ 2 ਬੱਚੇ ਨੇ, ਮੀਆਂ ਬੀਬੀ ਹੈ, ਮਾਤਾ ਪਿਤਾ ਨੇ। ਇੱਕ ਮਨੁੱਖ ਕਮਾਉਣ ਵਾਲਾ ਜੋ ਕਿ ਮੈਂ ਹੀ ਸਾਰੇ ਪਰਿਵਾਰ ਨੂੰ ਪਾਲਦਾ, ਨਹੀਂ, ਇਹ ਗਲਤ ਹੈ। ਮਿਹਨਤ ਕਰ ਰਿਹਾ ਹੈ, ਪਰ ਜ਼ਰੀਆ ਕੌਣ ਬਣਿਆ? ਤੁਸੀਂ ਜ਼ਰੀਆ ਨੇ, ਪਰਮਾਤਮਾ ਹੀ ਪਾਲਣਾ ਪੋਸ਼ਣਾ ਕਰ ਰਿਹਾ ਹੈ। ਤੂੰ ਮਿਹਨਤ ਤਾਂ ਕਰ ਜੇ ਪਰਮਾਤਮਾ ਨੇ ਤੈਨੂੰ ਤੰਦਰੁਸਤੀ ਬਖਸ਼ਿਸ਼ ਕੀਤੀ ਹੈ, ਤੇਰੇ ਹੱਥ ਪੈਰ ਸਹੀ ਸਲਾਮਤ ਨੇ,
ਫਿਰ ਤੂੰ ਮਿਹਨਤ ਕਰ ਰਿਹਾ। ਜੇ ਤੇਰੇ ਹੱਥ ਨਹੀਂ ਚੱਲਦੇ ਹੁੰਦੇ, ਪੈਰ ਨਹੀਂ ਚੱਲਦੇ ਹੁੰਦੇ, ਤੂੰ ਕਿੱਥੋਂ ਮਿਹਨਤ ਕਰ ਲੈਣੀ ਸੀ? ਤੂੰ ਬਿਮਾਰ ਪੈ ਜਾ, ਮੰਜੀ ਉੱਤੇ ਪੈ ਜਾਵੇ, ਕਿੱਥੋਂ ਮਿਹਨਤ ਕਰ ਲਵੇਗਾ? ਜਿਹੜੀ ਗੱਲ ਤੂੰ ਅੱਜ ਕਹਿ ਰਿਹਾ ਹੈ ਕਿ ਮੈਂ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰ ਰਿਹਾ ਹਾਂ, ਇਸ ਤੋਂ ਪਹਿਲਾਂ ਤੇਰਾ ਪਿਤਾ ਜੀ ਕਹਿੰਦੇ ਸਨ, ਇਸ ਤੋਂ ਪਹਿਲਾਂ ਤੇਰੇ ਬਾਬੇ ਦਾਦੇ ਕਹਿੰਦੇ ਸੀ, ਉਹ ਵੀ ਇਸ ਤਰ੍ਹਾਂ ਕਹਿੰਦੇ, ਉਹ ਵੀ ਚਲੇ ਗਏ। ਸਮੇਂ ਸਮੇਂ ਅਨੁਸਾਰ ਹਰ ਇੱਕ ਦਾ ਵਿਛੋੜਾ ਪੈਂਦਾ ਹੈ। ਸੰਜੋਗਾਂ ਕਰਕੇ ਸਾਡਾ ਮਿਲਾਪ ਹੋਇਆ ਹੈ, ਜੇ ਸੰਜੋਗ ਮੁੱਕ ਗਏ ਉਦੋਂ ਵਿਛੋੜਾ ਪੈ ਗਿਆ। ਮਨ ਇੱਕ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਵੇ ਤੇ ਇੱਕ ਵਾਰੀ ਤਾਂ ਪਰਿਵਾਰ ਦੇ ਉੱਤੇ ਔਂਕੜ ਦਾ ਸਮਾਂ ਆਉਂਦਾ, ਕਿਵੇਂ ਗੁਜਰਾਨ ਚੱਲੇਗਾ ਘਰ ਦਾ। ਪਰ ਹੌਲੀ ਹੌਲੀ ਗੁਰੂ ਸੇ ਸੈਟਿੰਗ ਹੋ ਜਾਂਦੀ ਹੈ। ਉਹੀ ਪਰਿਵਾਰ ਦੇ ਬੱਚੇ, ਉਹੀ ਘਰ ਵਾਲੀ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਸਾਂਭ ਲੈਂਦੀ ਹੈ। ਮੁਸ਼ਕਲਾਂ ਆਉਂਦੀਆਂ ਨੇ, ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਫਲਾਣੇ ਦੇ ਬੱਚੇ ਭੁੱਖੇ ਮਰ ਗਏ ਨੇ, ਉਹ ਪੜ੍ਹ ਨਹੀਂ ਸਕੇ। ਨਹੀਂ, ਪਾਲਣ ਵਾਲਾ ਪਰਮਾਤਮਾ ਹੈ, ਵਾਹਿਗੁਰੂ ਹੈ, ਜਿਹਨੇ ਸਾਨੂੰ ਮਾਤਾ ਦੇ ਉਦਰ ਵਿੱਚ ਪਾਲਣਾ ਕੀਤਾ, ਕਿ ਉਹ ਬਾਹਰ ਨਹੀਂ ਪਾਲੇਗਾ। ਵਿਦਵਾਨ ਦੇ ਬੋਲ ਨੇ ਕਿ ਜਬ ਦਾਂਤ ਨ ਦੀਏ ਤਬ ਖੀਰ ਦਈ ਹੈ, ਅਬ ਦਾਂਤ ਦੀਏ ਹੈ ਕਿਆ ਰੋਜੀ ਵੀ ਨਾ ਦੇਗਾ। ਕਹਿੰਦੇ ਜਦੋਂ ਇਹ ਜੀਵ ਤੂੰ ਬੱਚਾ ਸੀ ਤਾਂ ਜਨਮ ਲੈਣਾ ਕੀਤਾ, ਮਾਤਾ ਦੇ ਉਦਰ ਵਿੱਚੋਂ ਤੂੰ ਬਾਹਰ ਨਿਕਲਿਆ, ਤੇਰੇ ਦੰਦ ਨਹੀਂ ਸੀ, ਤਬ ਖੀਰ ਦਈ ਹੈ, ਤੈਨੂੰ ਪਰਮਾਤਮਾ ਨੇ ਉਸ ਸਮੇਂ, ਖੀਰ ਦਾ ਅਰਥ ਹੈ ਦੁੱਧ, ਮਾਤਾ ਦੇ ਅਸਤਨਾਂ ਦੇ ਵਿੱਚ ਦੁੱਧ ਪੈਦਾ ਹੋ ਗਿਆ, ਤੇਰੀ ਖੁਰਾਕ ਸੀ, ਲੋੜ ਸੀ ਤੇਰੀ ਉਹ, ਤੇ ਪਰਮਾਤਮਾ ਨੇ ਉਹ ਪੈਦਾ ਕਰ ਦਿੱਤਾ। ਹੁਣ ਤੂੰ ਜਵਾਨ ਹੋ ਗਿਆ, ਤੇਰੀ ਪਾਲਣਾ ਪੋਸ਼ਣਾ ਨਹੀਂ ਕਰੇਗਾ। ਕਰਦਾ ਹੈ, ਕਰਦਾ ਰਹੇਗਾ ਗੁਰੂ ਸਵਾਰਿਆ ਹਰ ਸਮੇਂ। ਉਹ ਤਾਂ ਦਮ ਦਮ ਸਦਾ, ਉਹ ਤਾਂ ਹਰ ਇੱਕ ਦੀ ਪ੍ਰਤਪਾਲਣਾ ਕਰਦਾ ਹੈ। ਪਰ ਮਨੁੱਖ ਹੀ ਗੁਰੂ ਸਰਬ ਸਮਾਲਕ ਨੂੰ ਭੁੱਲ ਕੇ ਅਜਾਈ ਧੰਦਿਆਂ ਦੇ ਵਿੱਚ ਹੀ ਮਨੁੱਖ ਲੱਗੇ ਆ। ਕਿਰਤ ਕਰਨੀ ਹੈ, ਮਿਹਨਤ ਆਪਾਂ, ਸਾਡੇ ਗੁਰੂ ਸਾਹਿਬਾਨ ਜੀ ਕਿਰਤੀ ਸੀ, ਆਪਾਂ ਵੀ ਕਿਰਤ ਕਰਨੀ ਹੈ, ਪਰ ਕਿਰਤ ਕਰਦਿਆਂ ਹੋਇਆਂ ਉਸ ਮਾਲਕ ਨੂੰ ਚੇਤੇ ਕਰਨਾ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਬਚਨ ਯਾਦ ਆ ਗਏ। ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ, ਕਹਿੰਦੇ ਐ ਜੀਵ ਤੂੰ ਕਿਉਂ ਫਿਕਰ ਕਰਦਾ, ਤੈਨੂੰ ਪਰਮਾਤਮਾ ਨੇ ਸਭ ਕੁਝ ਦਿੱਤਾ। ਮਾਤਾ ਦੇ ਉਦਰ ਵਿੱਚ ਸੀ, ਉਦੋਂ ਤੇਰੀ ਪਾਲਣਾ ਕੀਤੀ ਹੈ, ਸੰਸਾਰ ਵਿੱਚ ਆ ਗਿਆ ਤੇ ਮਾਤਾ ਦੇ ਉਦਰ ਵਿੱਚ ਤੂੰ ਵਾਅਦਾ ਕੀਤਾ ਪਰਮਾਤਮਾ ਦੇ ਨਾਲ ਕਿ ਮਾਲਕ ਮੈਂ ਤੇ ਸੰਸਾਰ ਵਿੱਚ ਜਾ ਕੇ ਤੇਰਾ ਨਾਮ ਜਪਾਂਗਾ, ਪਰ ਤੂੰ ਫਾਨੀ ਸੰਸਾਰ ਵਿੱਚ ਐਸਾ ਖਚਤ ਹੋਇਆ ਤੇ ਕਰਤੇ ਨੂੰ ਭੁੱਲ ਗਿਆ। ਭਾਈ ਗੁਰਦਾਸ ਜੀ ਦੇ ਬਚਨ ਕਿ ਅਸਨ ਬਸਨ ਸੰਗ ਲੀਨੇ ਉਹ ਬਚਨ ਕੀਨੇ, ਜਨਮ ਲੈ ਸਾਧ ਸੰਗ ਸ਼੍ਰੀ ਗੁਰ ਆਰਾਧ ਹੈ। ਇਹਾਂ ਆਏ ਦਾਤਾ ਵਿਸਰਾਏ ਦਾਸੀ ਲਪਟਾਏ, ਪੰਜ ਦੂਤ ਭੂਤ ਭੂਤ ਪ੍ਰਮਤ ਅਸਾਧ ਹੈ। ਸਾਚ ਮਰਨੋ ਵਿਸਾਰ ਜੀਵਨ ਮਿਥਿਆ ਸੰਸਾਰ, ਸਮਝੈ ਨ ਜੀਤ ਹਾਰ ਸੁਪਨ ਸਮਾਧ ਹੈ। ਅਵਸਰ ਹੋਇਓ ਹੈ ਬਤੀਤ ਲੀਜੀਐ ਜਨਮ ਜੀਤ, ਕੀਜੀਐ ਸਾਧ ਸੰਗ ਪ੍ਰੀਤ ਅਗਮ ਅਗਾਧ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇਹ ਵਚਨ ਕਹਿੰਦੇ, ਇਹ ਜੀਵ ਜਦੋਂ ਤੂੰ ਮਾਤਾ ਦੇ ਉਦਰ ਵਿੱਚੋਂ ਜਨਮ ਲੈ ਕੇ ਸੰਸਾਰ ਵਿੱਚ ਆਇਆ, ਪਹਿਲਾਂ ਤੇਰੀ ਹਾਲਤ ਬੜੀ ਤਰਸਯੋਗ ਸੀ। ਮੁਖ ਤਲੈ ਪੈਰ ਉੱਪਰ ਹੈ ਬਸੰਦੋ ਕੋਹਤੜੈ ਥਾਏ, ਬੜੀ ਔਖੀ ਥਾਂ ਤੇ ਤੇਰਾ ਵਾਸਾ ਸੀ। ਮੁੱਖ ਤੇਰਾ ਥੱਲੇ ਨੂੰ ਸੀ, ਪੈਰ ਉਤਾਂਹ ਨੂੰ ਸਨ, ਪੁੱਠਾ ਸੀ ਲਮਕਿਆ ਹੋਇਆ। ਉਦੋਂ ਮਾਲਕ ਨੇ ਤੇਰੀ ਸਹਾਇਤਾ ਕੀਤੀ, ਤੇਰੀ ਤੈਨੂੰ ਖੁਰਾਕ ਦੇਣਾ ਕੀਤੀ। ਉਦੋਂ ਤਾਂ ਮਾਲਕ ਨਾਲ ਵਾਅਦਾ ਕੀਤਾ ਕਿ ਮਾਲਕ ਜੀ ਮੈਨੂੰ ਬਾਹਰ ਕੱਢਣਾ ਕਰ, ਸੰਸਾਰ ਵਿੱਚ ਲੈ ਕੇ ਜਾ। ਤੇ ਮਾਲਕ ਨੇ ਪੁੱਛਿਆ ਤੇ ਬਾਹਰ ਜਾ ਕੇ ਕੀ ਕਰੇਗਾ? ਕਹਿਣ ਲੱਗਿਆ ਮੈਂ ਤੇਰਾ ਨਾਮ ਜਪਾਂਗਾ, ਤੈਨੂੰ ਯਾਦ ਰੱਖਾਂਗਾ, ਮੈਂ ਮਰਜ਼ਾਦਾ ਵਿੱਚ ਰਵਾਂਗਾ, ਮਰਜ਼ਾਦਾ ਨੂੰ ਕਦੇ ਭੁੱਲਾਂਗਾ ਨਹੀਂ।
ਤੇ ਮਾਲਕ ਨੇ ਗੁਰੂ ਸਵਾਰੇ ਫਿਰ ਉਹਨੂੰ ਜਨਮ ਦਿਵਾਉਣਾ ਕੀਤਾ। ਫਿਰ ਪਹਿਨਣ ਲਈ ਇਹਨੂੰ ਅਸਨ ਬਸਨ, ਖਾਣ ਲਈ ਭੋਜਨ ਦੇਣਾ ਕੀਤਾ, ਪਹਿਨਣ ਲਈ ਵਸਤਰ ਦੇਣਾ ਕੀਤੇ ਕਿ ਆਹ ਲੈ ਤੂੰ ਇਹਦੇ ਨਾਲ ਤਨ ਢੱਕਣਾ ਹੈ, ਆਹ ਤੈਨੂੰ ਖਾਣ ਲਈ ਖੁਰਾਕ ਹੈ ਤੇਰੀ, ਇਹ ਤੂੰ ਲੈ ਕੇ ਆਇਆ। ਪਰ ਤੂੰ ਇਹ ਵਾਅਦਾ ਕੀਤਾ ਸੀ ਕਿ ਸ਼੍ਰੀ ਗੁਰ ਅਰਾਧ ਹੈ, ਹੇ ਸ਼੍ਰੀ ਸ਼੍ਰੋਮਣੀ ਸਤਿਗੁਰੂ ਜੀ, ਹੇ ਪਰਮੇਸ਼ਰ ਜੀ, ਮੈਂ ਤੁਹਾਡੀ ਆਰਾਧਨਾ ਕਰਾਂਗਾ। ਪਰ ਹੋਇਆ ਕੀ? ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਜ ਦੂਤ ਭੂਤ ਭ੍ਰਮਤ ਅਸਾਧ ਹੈ। ਇੱਥੇ ਆ ਗਿਆ ਮਾਲਕ ਦੀ ਦਰਗਾਹ ਵਿਖੇ ਜਿਹੜਾ ਦਾਤਾ ਸੀ, ਦਾਤੇ ਨੂੰ ਵਿਸਾਰ ਦਿੱਤਾ। ਜਿਹੜੀ ਦਾਸੀ, ਦਾਸੀ ਕੌਣ ਹੈ? ਮਾਇਆ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਇਸ ਮਾਇਆ ਦੇ ਵਿੱਚ ਕਹਿੰਦੇ ਲਪਟਾਏ ਲੁਭਾਏ ਮਨ ਹੋ ਗਿਆ। ਇਸ ਮਾਇਆ ਦੇ ਵਿੱਚ ਜੀਵ ਗਲਤਾਨ ਹੋ ਗਿਆ। ਪੰਜ ਦੂਤ, ਪੰਜ ਦੂਤ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹਦੇ ਵਿੱਚ ਹੀ ਭਰਮਿਆ ਰਿਹਾ, ਨਾ ਸਾਧੇ ਜਾਣ ਵਾਲੇ ਮਨ ਨੂੰ ਸਾਧ ਨਹੀਂ ਸਕਿਆ। ਇਸ ਤਰ੍ਹਾਂ ਵਿਕਾਰਾਂ ਵਿੱਚ ਲੱਗ ਕੇ ਹੀ ਆਪਣੇ ਜੀਵਨ ਨੂੰ ਖਚਿਤ ਕਰ ਲਿਆ, ਭਰਮ ਵਿੱਚ ਹੀ ਫਸਿਆ ਰਿਹਾ। ਕਹਿੰਦੇ ਨੇ ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਜ ਦੂਤ ਭੂਤ ਭ੍ਰਮਤ ਅਸਾਧ ਹੈ, ਸਾਚ ਮਰਨੋਂ ਵਿਸਾਰ, ਜੀਵਨ ਮਿਥਿਆ ਸੰਸਾਰ। ਅਟਲ ਸੱਚਾਈ ਕੀ ਹੈ? ਮਰਨਾ ਸੱਚ ਹੈ, ਜਿਉਣਾ ਝੂਠ ਹੈ। ਤੇ ਆਪਾਂ ਜਿਉਣ ਨੂੰ ਸੱਚ ਮੰਨੀ ਜਾ ਰਹੇ ਤੇ ਮਰਨ ਨੂੰ ਗੁਰੂ ਸਰ ਆਪਾਂ ਝੂਠ ਮੰਨਿਆ ਹੋਇਆ। ਇਹ ਸੱਚ ਹੈ, ਪਰ ਸਤਿਗੁਰੂ ਕਹਿੰਦੇ ਜਿਹੜਾ ਜਿਉਣਾ ਝੂਠ ਤੇ ਮਰਨਾ ਸੱਚ, ਮਰਨਾ ਵਿਸਾਰ ਦਿੱਤਾ ਮਨੁੱਖ ਨੇ। ਜਿਉਣ ਨੂੰ ਕਹਿੰਦੇ ਸੱਚ ਮੰਨੀ ਜਾ ਰਿਹਾ, ਮਿਥਿਆ। ਕਹਿੰਦੇ ਇਹ ਸਭ ਕੁ ਮਿਥਿਆ ਹੈ। ਹਾਲਤ ਕੈਸੀ ਹੋ ਰਹੀ ਹੈ? ਕਹਿੰਦੇ ਅਵਸਰ ਹੋਇਓ ਹੈ ਬਤੀਤ, ਲੀਜੀਐ ਜਨਮ ਜੀਤ, ਕੀਜੀਐ ਸਾਧ ਸੰਗ ਪ੍ਰੀਤ, ਅਗਮ ਅਗਾਧ। ਹੈ ਭਾਈ, ਅਵਸਰ ਸਮਾਂ ਤੇਰਾ ਬਤੀਤ ਹੁੰਦਾ ਜਾ ਰਿਹਾ, ਲੰਘਦਾ ਜਾ ਰਿਹਾ। ਬੀਤ ਜਹੈ ਜਨਮ ਅਕਾਜ ਰੇ। ਤੇਰਾ ਸਮਾਂ ਵਿਅਰਥ ਜਾ ਰਿਹਾ ਹੈ। ਅਵਸਰ ਹੋਇਓ ਹੈ ਬਤੀਤ, ਕੀਜੀਐ ਸਾਧ ਸੰਗ ਪ੍ਰੀਤ। ਤੂੰ ਕੰਮ ਕਰਨਾ ਕਰ ਆਪਣੇ ਜੀਵਨ, ਸਾਧ ਸੰਗ, ਸਤ ਸੰਗਤ ਨਾਲ ਪ੍ਰੀਤੀ ਕਰ। ਭਾਵ ਸਤ ਸੰਗਤ ਵਿੱਚ ਬੈਠ ਕੇ ਤੂੰ ਮਾਲਕ ਦਾ ਨਾਮ ਜਪਣਾ ਕਰ। ਅਗਮ ਅਗਾਧ ਹੈ, ਜਿਹੜਾ ਮਨ ਦੀ ਗਮਤਾ ਤੋਂ ਪਰੇ ਅਪਹੁੰਚ ਹੈ, ਡੂੰਘਾ ਹੈ, ਅਥਾਹ ਡੂੰਘਾ ਹੈ। ਐਸੇ ਮਾਲਕ ਵਾਹਿਗੁਰੂ ਦਾ ਸਿਮਰਨ ਕਰਨਾ ਕਰ, ਫਿਰ ਤੇਰਾ ਮਨੁੱਖਾ ਜਨਮ ਸਫਲਾ ਹੋ ਜਾਵੇਗਾ। ਸੋ ਇਹੀ ਬਚਨ ਇੱਥੇ ਗੁਰੂ ਸਾਹਿਬਾਨ ਜੀ ਕਹਿੰਦੇ ਨੇ। ਪਰ ਮਨੁੱਖ ਦੀ ਆਦਤ ਕੈਸੀ? ਮਨੁੱਖ ਪਰਮਾਤਮਾ ਦੇ ਨਾਮ ਨੂੰ ਵਿਸਾਰ ਕੇ ਪੁੱਤਰ ਕਲੱਤਰ ਗ੍ਰਹਿ ਦੇਖ ਪਸਾਰਾ। ਮੇਰਾ ਪੁੱਤਰ, ਮੇਰੀ ਘਰ ਵਾਲੀ, ਮੇਰਾ ਘਰ, ਇਹਦੇ ਵੱਲ ਹੀ ਵਾਰ-ਵਾਰ ਦੇਖਦਾ। ਪਰ ਗੁਰਬਾਣੀ ਕਹਿੰਦੀ ਹੈ ਇਹੋ ਕੁਟੰਬ ਤੂੰ ਜੇ ਦੇਖਦਾ, ਚੱਲੈ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾਹੀ, ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪਛਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਹੁਣ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਆਪਣੇ ਪਰਿਵਾਰ ਨੂੰ ਛੱਡ ਦੇਣਾ, ਬੱਚਿਆਂ ਨੂੰ ਛੱਡ ਦੇਣਾ, ਨਹੀਂ। ਗੁਰੂ ਸਾਹਿਬਾਨ ਦਾ ਕਹਿਣ ਦਾ ਭਾਵ ਕੀ ਹੈ? ਗੁਰੂ ਸਾਹਿਬਾਨ ਕਹਿੰਦੇ ਰਹਿ ਆਪਣੇ ਪਰਿਵਾਰ ਦੇ ਵਿੱਚ, ਪਰਿਵਾਰ ਦੀ ਪਾਲਣਾ ਪੋਸ਼ਣਾ ਕਰ। ਤੂੰ ਜਰੀਆ ਬਣਿਆ ਹੋਇਆ ਏ। ਜੇ ਤੈਨੂੰ ਮਾਲਕ ਨੇ ਘਰ ਵਾਲੀ ਦਿੱਤੀ ਹੈ, ਮਾਲਕ ਨੇ ਬੱਚੇ ਦਿੱਤੇ ਨੇ, ਮਾਲਕ ਨੇ ਮਾਤਾ ਪਿਤਾ ਦਿੱਤੇ ਨੇ, ਇਹਨਾਂ ਨੂੰ ਪ੍ਰਾਪਤ ਕਰਕੇ ਤੂੰ ਮਾਲਕ ਦਾ ਧੰਨਵਾਦ ਕਰਕੇ, ਮੇਰੇ ਮਾਲਕਾ ਤੇਰਾ ਧੰਨਵਾਦ ਹੈ ਤੈਂ ਰਹਿਣ ਲਈ ਮੈਨੂੰ ਘਰ ਦੇਣਾ ਕੀਤਾ ਹੈ। ਮਾਲਕਾ ਤੇਰਾ ਧੰਨਵਾਦ ਹੈ ਤੈਂ ਮੇਰੀ ਟਹਿਲ ਸੇਵਾ ਲਈ ਮੈਨੂੰ ਮੇਰੀ ਘਰ ਵਾਲੀ ਦੇਣਾ ਕੀਤੀ, ਮਾਤਾ ਪਿਤਾ ਦੇਣਾ ਕੀਤੇ ਨੇ।
मेरी टहल सेवा लई मैनूं बच्चे देना कीते ने, उन्हां वल देख के तू रब नूं चेते कर, वाहिगुरू नूं चेते कर। कहंदे ये नहीं कि केवल तू पिछे हट जा, परिवार की पालना पोषणा अपनी नित का जिहड़ा नियम है, जिहड़ी तैनूं मेहनत मुशक्कत करनी छड्ड दे। मेहनत मुशक्कत करनी है तो ओट रखनी है परमात्मा के उत्ते, ओट रखनी है वाहिगुरू के उत्ते। तो सतगुरु कहते इस तरह ही कहते ये जीव ऐसा खचत हो गया, कहते ये विच ही कहते उलझाया रहा, माया मद चाक भय उदमाते, हर हर कबहू न गाए। माया दे मद नशे विच कहते ने ये माया दे मद नशे नूं चक के कहते ये विच ही कहते मस्त हो गया, खचत हो गया। अपनी रसना ते कदे भी हरी हरी नहीं गाना कीता, हरी परमात्मा की सिफत नहीं कीती है। यह विद खोजी बहु परकारा, बिन संतन नहीं पाए। कहते ये विद इस तरीके मैं खोजना की, भाल की, बड़ियां कोशिशां कीतियां कि मैं भी जिस परमात्मा बाबत इस तरह दसिया जा रहा, इन्ने गुणों का मालक है, उन्होंने मैं प्राप्त करा। पर कहते बिन संतन नहीं पाए, रब दे प्यारे संत जन, गुरु रूपी संत, वो गुरमुख प्यारे ਜਿਹੜੇ आप गुरु दे लड़ लगे ने, लुकाई नूं गुरु दे लड़ लाउंदे ने। ते इस संत शब्द गुरु ग्रंथ साहिब मर कई बारी आया है, जिथे संत शब्द बहुत तादाद दे गुरु लई वरतिया जाता है, उत्थे संत शब्द संतां दी उन्हां गुरमुख प्यारिਆਂ की गल भी की गई है, जिहड़े सास गरास द्वारा परमात्मा के नाम जपते हैं, जिन्हां दे बाबत गुरबाणी विच पातशाह जी कहते हैं, जिन्हां सास गरास ना बिसरै, हर नामा मन मंत, धन से सही नानका पूर्ण सोई संत। हुण गुरु सवारिओ इत्थे हुण आपां विचार करनी है, जदों किसी महापुरखां की संगत करनी है तो संगत करन वाले आपां ये देखना, जिस महापुरखां की आपां संगत कर रहे हैं, ये महापुरख आप गुरु नाल जुड़िया होया, तो सानू गुरु नाल तोड़ के किते अपने नाल तां नहीं जोड़दा है। इस गल का आपां ख्याल रखना है। जिहड़ा तां गुरु ग्रंथ साहिब महाराज नूं सत्कार दिंदा होवे, गुरु ग्रंथ साहिब महाराज नूं गुरु मानदा होवे, ते आप सीस झुकांदा तो लुकाई नूं आखे कि भाई मैनू मत्था ना टेको, मत्था टेकना गुरु ग्रंथ साहिब महाराज नूं, मैं तां गुरु का जिहड़ा मैसेज है, सुनेहा है, वो तुहाडे तक पहुँचाउंदा हाँ, मैं तो एक दूत हाँ। फिर गुरु मान लो वो पूर्ण संत है। पर जिहड़ा कहंदा नहीं बाणी का सहारा लैके ते पूजा अपनी कराउंदा है, वो गुरु सिर पखंडी, तो कोहां दूर हो जाओ, वो कोल आपां उहदे नेड़े नहीं जाना है। तो सतगुरु कहते बिन संतन नहीं पाए, रब दे प्यारे संत जन, गुरु रूपी संत जनां की संगत कीते तो बिना, गुरु तो बिना कहते भाई उस मालक नूं प्राप्त नहीं किया जा सकता है। हे प्रभु जी तुहाडे नाम नूं प्राप्त नहीं किया जा सकता है। तुम दातार वड्डे प्रभ समरथ, मांगन को दान आए। हे प्रभु जी आप जी दातार दाते हो, वड्डे हो, समरथ सर्व शक्तिमान हो, ते मैं तेरे दर ते एक मंगता बन के आया हाँ, मंगता बन के भिखारी बन के तेरे दर तो मैं मंग रहा हाँ। ते मेरे मालक जी कृपा मंगन को दान आए, नाम दा दान आप रोजाना मंगते हैं गुरु साहिबान के चरणों च। जिथे भी गुरु नानक लेवा सिख बैठा अरदास करदा, ते अरदास निता प्रति मंगते हैं सिखां नूं सिक्खी दान, केस दान, रहत दान, विवेक दान, दाना सिर दान, नाम दान, रोजाना मंगते हैं। मिलता भी है, जिहड़े भावना दे राही अरदास करते ना इकागर चित होकर मिलता भी नाम दान। तो इत्थे भी सतगुरु गुरबाणी विच यही वचन करते हैं कि मालक मैं मंगता हाँ, मिलता उन्होंने जिहड़े मंगते बन जाते हैं। गुरु के दर दे आपां सारे मंगते हैं,
इस गुरु दे अगे एक ਲੱਖਾਂ ਕਰੋੜਾਂ ਪਤੀ ਅਰਬਾਂ ਖਰਬਾਂ ਪਤੀ भी झुकदा है, एक भिखारी भी आके मत्था टेकदा है। भिखारी भी मंगदा ते एक अरबां खरबां पति शाहूकार ਵੱਡਾ बादशाह भी मंगदा गुरु सवारे। ते गुरु देखदा, जदों गुरु देखदा कि किहड़ा असली भिखारी बनिया। जिवें एक मंगते ने अपना जमीर मारिया हुंदा ना, मंगते ने जो लोगों के घर जाके मंगदा, लोग उन्होंने गाली गलोच भी करते हैं, धक्के मारते, कई कि डंसोटी लैके मगर दौड़ते हैं, तो मंगता को हसदा है। मंगना तो गुरु सवेरे अपने आप को मारना पैंदा पहला। तो गुरु के दर से भी आप मत्था टेकण तो भाव की है, गुरु साहब को सिजदा करते, नमस्कार करते हैं। इसका भाव कि सतगुरु मैं तुहानू अपने आप को समर्पित कर दिता, तुहाडे अगे मैं सरेंडर कर दिता है, मैं अपने आप को मारना चाहता, अपने आप को मार लिया, तो तुहाडी मत मालक जी मैं अपने अंदर धारण करनी, मेरे ते बख्शिश करो। तो गुरु सवारे इस तरह मंगता बन के मंगांगे सब कुछ मिल जाएगा गुरु दर तो। जे आप दाने बन के मंगांगे फिर कुछ नहीं मिलना है। तो सतगुरु कहते हैं, इस करके बचन करते हैं कि भाई मांगन को दान आए। वाहिगुरु जी आप जी समर्थ हो, दाते हो, बड़े हो, मैं तुहाडे दर तो नाम का दान मंगण वास्ते आया हाँ। त्याग्यो सगला मान महत्ता, दास रेण सरनाए। वाहिगुरु जी हे प्रभु जी मैं अपना सब कुछ त्याग दिता, सब कुछ की जिहड़ा मेरे अंदर मान सी, हंकार मान महत्ते विच मैं खचत सी, मैं मेरी भी जिउंदा सी, मैं मरत अपनी ओहदे दा मान करदा सी कि मैं बड़ा मेरा मरतबा है, ये सब कुछ त्याग दिता। मैं तो तुहाडा दास रेण सरना, जिहड़े तुहाडे दास ने, सेवक ने, उन्हां दी मैं शरनाए शरण तकी है, मैनूं उन्हां दी शरण बख्शना करो। कहो नानक हर मिल भय एक, महा आनंद सुख पाए। नानक गुरु जी उचारण करते ने, कहते फिर जिहड़े इस तरह मालक दे दर ते, गुरु दे दर ते आके नाम दी दात मंगते ना, उस मालक नूं चेते करते हैं, वो हरि परमात्मा नूं मिल के पर एक रूप हो जाते हैं। हर जन हर अंतर नहीं, नानक साची जान, इहो जी अवस्था की धारनी बन जाते हैं। ये इस तरह फिर महा आनंद सुख पाए, उन्होंने जीवन काल दे विच महा आनंद प्राप्त हो जाता है। जिवें आपां रोज़ाना पढ़ते हैं, आनंद आनंद सब को कह, आनंद गुरु ते जाने। ये आनंद नूं गुरु पासों जानिया जा सकता। कहते वो आनंद प्राप्त हो गया, वो सुख प्राप्त हो गया, जिहड़ा सुख कदे भी भंग होने वाला नहीं है। सਦੀवी काल का सुख वो मालक के दर तो, गुरु के दर तो फिर उस प्यारे नूं प्राप्त हो जाता है। जिहड़ा प्यारा गुरु दसी हुई मर्यादा अनुसार अपने जीवन नूं बतीत करदा, सास ग्रास दर प्रभु परमात्मा का नाम जपदा है, ਉਹਦਾ फिर लोक सुखी है पर लोक सहेले। नानक हर प्रभ आपे मेरी सतगुरु बख्शिश करते हैं। होइयां भुलां चुकां दी खिमा। आओ दो पंक्तियां पढ़ के फतेह बुलाइए। त्याग्यो सगला मान महत्ता, दास रेण सरनाए। कहो नानक हर मिल भय एक, महा आनंद सुख पाए। वाहे